ਫੜੇ ਇਸ ਤਰ੍ਹਾਂ ਗਏ ਅਸੀਂ, ਇਸ ਤਰ੍ਹਾਂ ਰਾਤ ਦਾ ਸਫ਼ਰ ਕਰਦੇ ਸੀ ਬਈ, ਤੇ 12-13 ਮੁੰਡੇ ਸੀ ਅਸੀਂ, ਤੇ ਅੰਜੀ ਦੀਵਾਰ ਬਣੀ ਸੀ, ਦੀਵਾਰ ਅਸੀਂ ਕ੍ਰਾਸ ਕੀਤੀ, ਤੇ ਦੀਵਾਰ ਕ੍ਰਾਸ ਕੀਤੀ ਤੇ ਫੌਜੀ ਬੈਠੇ ਸਨ ਨਾਲ ਹੀ ਕਿਤੇ। 2018 ਚ ਮੇਰਾ ਪੁੱਫੀ ਦਾ ਪੁੱਤਰ ਯੂਨਾਨ ਇਟਲੀ ਨਿਕਲਿਆ, ਤੇ 2021 ਲੱਗਾ ਹੋਇਆ, ਇਹ ਤਾਂ ਕੋਈ ਖਬਰ ਹੀ ਕੋਈ ਨਹੀਂ ਕਿੱਥੇ ਹੈ ਕਿੱਥੇ ਨਹੀਂ ਹੈ ਵੀ ਕਿ ਨਹੀਂ ਹੈ ਵੀ ਹੈ ਕਿ ਨਹੀਂ ਹੈ, ਉਹਦਾ ਇਹ ਵੀ ਕੋਈ ਪਤਾ ਨਹੀਂ। ਅੱਛਾ, ਉਹਨਾਂ ਨੇ ਕੰਨ ਫੜਾ ਕੇ ਮਾਰਿਆ, ਉਹਨਾਂ ਨੇ ਮੁਰਗਾ ਬਣਾ ਕੇ। हेलो अस्सलाम वालेकुम, मैं तसव्वुर अब्बास पंजाब लाल मूसे ਦਾ ਠੀਕ ਹੈ। ਉਹਨਾਂ ਪਾਇਆ ਸਾਨੂੰ ਡਾਲੇ ਦੇ ਵਿੱਚ 2018 ਡਾਲੇ ਦੇ ਵਿੱਚ ਤਕਰੀਬਨ 15-17 ਬੰਦੇ ਸੀ, ਛੋਟਾ ਜਿਹਾ ਡਾਲਾ ਉਹ ਭਜਾਉਂਦੇ ਇਸ ਤਰ੍ਹਾਂ ਭਜਾਉਂਦੇ ਨੇ ਕਿ ਗੱਡੀ ਡਰ ਲੱਗਦਾ ਕਿ ਬੰਦਾ ਡਿੱਗ ਜੇ, ਜਿਹੜਾ ਡਿੱਗ ਗਿਆ ਉਹ ਡਿੱਗ ਗਿਆ। ਡੰਕੀ ਉਹ ਚੀਜ਼ ਹੈ ਕਿ ਬੰਦੇ ਨੇ ਵੈਰ ਕਮਾਣਾ ਹੁੰਦਾ ਸੀ, ਬੰਦਾ ਨਸ਼ੇ ਸ਼ਰਾਬੇ ਤੇ ਲਾ ਛੱਡਦਾ ਸੀ। ਹੁਣ ਜਿਹਨੇ ਵੈਰ ਕਮਾਣਾ ਆਉਂਦਾ ਵੀ ਡੰਕੀ ਲਾਓ, ਆਹੋ ਤੇ ਬੜਾ ਪੈਸਾ ਤੇ ਬੜਾ। ਗੱਡੀ ਦੇ ਵਿੱਚੋਂ ਡਿੱਗਾ ਤੇ ਉਹ ਉਹਨਾਂ ਨੇ ਚੁੱਕਿਆ ਹੀ ਕੋਈ ਨਹੀਂ, ਉਹਨਾਂ ਨੇ ਆਖਿਆ ਉੱਥੇ ਡਿੱਗ ਗਿਆ ਸੀ। ਅਸੀਂ ਹੁਣ ਇੱਕ ਪਿੱਛੇ ਇੰਨੇ ਬੰਦੇ ਅਸੀਂ ਫੜਾਉਣੇ, ਅਸੀਂ ਗੇਮ ਫੜਾਉਣੀ ਆਪਣੀ। ਹੈਲੋ अस्सलाम वालेकुम, मैं तसव्वुर अब्बास पंजाब लाल मूसे ਦਾ ਠੀਕ ਹੈ। ਤੇ 2018 ਚ ਮੈਂ ਡੰਕੀ ਲਾਈ ਤੇ ਅਸੀਂ ਕੋਟੀਓ ਨਿਕਲੇ ਆ, ਤੇ ਅੱਗੇ ਬਹੁਤ ਮੁਸ਼ਕਲਾਂ ਆਉਂਦੀਆਂ ਨੇ ਠੀਕ ਹੈ। ਨਹੀਂ, ਜਦੋਂ ਤੁਸੀਂ ਇੱਥੋਂ ਨਿਕਲੇ ਹੋ, ਹਾਂ ਘਰੋਂ ਨਿਕਲੇ ਹੋ, ਘਰ ਦੀ ਸਟੋਰੀ ਕੀ ਸੀ? ਘਰ ਦੀ ਸਟੋਰੀ ਸੀ, ਅਸੀਂ ਘਰੋਂ ਨਿਕਲੇ ਆ, ਅਸੀਂ 3 ਮੁੰਡੇ ਸੀ, ਘਰੋਂ ਨਿਕਲੇ ਸੀ ਤੇ ਗਏ ਆ ਲਾਹੌਰ। ਉੱਥੋਂ ਅਸੀਂ ਲਾਹੌਰੋਂ ਟਿਕਟਾਂ ਕੋਇਟੇ ਦੀਆਂ ਕਰਾਈਆਂ ਨੇ, ਤੇ ਉੱਥੋਂ ਅਸੀਂ ਕੋਇਟੇ ਗਏ ਆ। ਕੋਇਟਿਓਂ ਉੱਥੋਂ ਉਹਨਾਂ ਨੇ ਜਿਨ੍ਹਾਂ ਕੋਲ ਗਏ ਉਹਨਾਂ ਕੋਲ ਸਾਡੇ ਕੋਲ ਉਹਨਾਂ ਨੇ 7,000 ਰੁਪਇਆ ਲਿਆ ਅਗਾਂਹ ਜਾਣ ਵਾਸਤੇ, ਦੂਸਰੀ ਗੱਡੀ ਤੇ ਪਾਉਣ ਵਾਸਤੇ ਠੀਕ ਹੈ। ਉੱਥੇ ਸਾਨੂੰ ਉਹਨਾਂ ਪਾਇਆ ਕੰਮ 13-14 ਮੁੰਡੇ ਸਨ, ਤੇ ਸਾਨੂੰ ਉਹਨਾਂ ਨੇ ਇਸ ਤਰ੍ਹਾਂ ਵਿੱਚ ਪਾਇਆ ਜਿਸ ਤਰ੍ਹਾਂ ਭੇਡਾਂ ਬੱਕਰੀਆਂ ਹੁੰਦੀਆਂ ਨੇ, ਭੇਡਾਂ ਬੱਕਰੀਆਂ ਤਰ੍ਹਾਂ ਉਹਨਾਂ ਸਾਨੂੰ ਗੱਡੀ ਦੇ ਪਿੱਛੇ ਪਾਇਆ ਉਹਨਾਂ ਡਿੱਗੀ 'ਚ। ਤੇ ਕੋਈ ਜ਼ਿੰਦਗੀ ਨਹੀਂ ਹੈ, ਬੰਦਾ ਜਾਏ ਤੇ ਰੋਲ ਜਾਂਦਾ ਤਕਰੀਬਨ ਠੀਕ ਹੈ। ਤੇ ਸਾਨੂੰ ਉੱਥੋਂ ਲੈ ਕੇ ਗਏ ਨੇ, ਸਾਨੂੰ ਉਹਨਾਂ ਗੱਡੀਆਂ ਸੱਟਿਆ ਇੱਧਰ ਤੇ ਉੱਧਰ ਤੇ ਇੱਧਰ ਤੋਂ ਉੱਧਰ। ਰੋਟੀ ਛੋਟੀ ਜਿਹੜੀ ਉਹ ਲੱਭਦੀ ਕੋਈ ਨਹੀਂ, ਬਹੁਤ ਮੁਸ਼ਕਿਲ ਆਉਂਦੀ ਹੈ। ਤੇ ਉੱਥੇ ਅਗਰ ਜੇ ਪੈਸੇ ਵੀ ਦੇ ਛੜੋ ਰੋਟੀ ਦੇ ਧਿਆਨ ਦੇ ਨੇ ਕਿ ਬਈ ਚੁੱਪ ਕਰਕੇ ਤੇ ਬੈਠੇ ਰਹੋ, ਦਿਲ ਚਾਹੇ ਪੈਸੇ ਦਿੱਤੇ ਨੇ, ਸ਼ਾਮ ਨੂੰ ਰੋਟੀ ਆਈ ਹੈ, ਦੂਸਰੇ ਦਿਨ ਆਈ ਹੈ ਠੀਕ ਹੈ। ਉੱਥੇ ਬੰਦਾ ਕੁਝ ਵੀ ਨਹੀਂ ਕਰ ਸਕਦਾ, ਨਾ ਪੁੱਛ ਸਕਦਾ। ਤੁਸੀਂ ਜਦੋਂ ਕੋਇਟੇ ਤੋਂ ਨਿਕਲੇ ਹੋ ਤੇ ਕੀ ਟਾਈਮ ਸੀ ਤੇ ਕਿੰਨੇ ਬੰਦੇ ਨਿਕਲੇ ਸੀ? ਕੋਇਟਿਓਂ ਅਸੀਂ ਨਿਕਲੇ ਸੀ ਤਕਰੀਬਨ 3-4 ਦਾ ਟਾਈਮ ਸੀ, ਸ਼ਾਮ ਦਾ। ਤੇ ਸਾਨੂੰ ਗੱਡੀ ਕਿਹੜੀ ਸੀ? ਗੱਡੀ ਬੱਸ ਸੀ, ਬੱਸ। ਅੱਛਾ ਠੀਕ ਹੈ। ਬੱਸ ਦੇ ਵਿੱਚ ਉਹਨਾਂ ਪਿੱਛੇ ਹਿੱਸਾ ਉਹਨਾਂ ਵੱਖਰਾ ਬਣਾਇਆ ਉਹਨਾਂ ਬੰਦਿਆਂ ਵਾਸਤੇ, ਚੋਰੀ ਲੈ ਕੇ ਜਾਣ ਵਾਸਤੇ। ਅੱਛਾ। ਉਹਨਾਂ ਸਾਨੂੰ ਪਿਛਲੇ ਪਾਸੇ ਪਾਇਆ, ਸਾਨੂੰ ਉਹਨਾਂ ਰਾਤੀ 12 ਵਜੇ ਜਾ ਕੇ ਉਹਨਾਂ ਨੇ 1 ਵਜੇ ਨਾਲ ਜਾ ਕੇ ਸਾਨੂੰ ਲਾਇਆ ਕੇ ਠੀਕ ਹੈ। ਜਿੱਥੇ ਤੁਹਾਨੂੰ ਲਾਇਆ ਕਿਹੜੀ ਜਗ੍ਹਾ ਸੀ? ਉਹ ਨਾਂ ਦਾ ਜਗ੍ਹਾ ਦਾ ਨਾਂ ਨਹੀਂ ਪਤਾ, ਬਰਾਨ ਦੀ ਜਗ੍ਹਾ ਹੀ ਹਰ ਯਾਨੀ ਕਿ ਉਹਨਾਂ ਨੇ ਤੁਹਾਨੂੰ 600-700 ਕਿਲੋਮੀਟਰ ਅੰਦਰ ਕਰਕੇ ਲਾਇਆ ਤਕਰੀਬਨ। ਹਾਂ, ਉੱਥੇ ਉਹ ਓਪਨ ਨਹੀਂ ਸੀ ਜਗ੍ਹਾ, ਬਰਾਨ ਨੂੰ ਉੱਥੇ ਕਰਕੇ ਉਹਨਾਂ ਸਾਨੂੰ ਲਾਇਆ ਸੀ ਠੀਕ ਹੈ। ਸਾਨੂੰ ਉਹਨਾਂ ਉੱਥੇ ਰਾਤ ਰੱਖਿਆ, ਤੇ ਰੋਟੀ ਉੱਥੇ ਜਿਹੜੀ ਉਹਨਾਂ ਨੂੰ ਆਖੀ ਰੋਟੀ ਲੈ ਕੇ ਆਓ, ਰੋਟੀ ਉਹਨਾਂ ਨੂੰ ਸੁਬਾਹ ਦੀ ਆਖੀ, ਸ਼ਾਮ ਨੂੰ ਰੋਟੀ ਲੈ ਕੇ ਆਏ। ਤੇ ਲੈ ਕੇ ਕੀ ਆਏ ਦਾਲ, ਉਹਦੇ ਵਿੱਚ ਉਹਨਾਂ ਪਾਣੀ ਪਾਇਆ ਸੀ, ਦਿਲ ਨਹੀਂ ਸੀ ਕਰਦਾ ਰੋਟੀ ਖਾਣ, ਚੰਗਾ ਖੜਕਾ ਤੇ ਉੱਥੋਂ ਫਿਰ ਉਹਨਾਂ ਸਾਨੂੰ ਉੱਥੋਂ ਭਜਾਇਆ, ਉਹਨਾਂ ਪਾਇਆ ਸਾਨੂੰ ਡਾਲੇ ਦੇ ਵਿੱਚ ਤਕਰੀਬਨ 15-17 ਬੰਦੇ ਸੀ, ਛੋਟਾ ਜਿਹਾ ਡਾਲਾ ਉਹ ਭਜਾਉਂਦੇ ਇਸ ਤਰ੍ਹਾਂ ਭਜਾਉਂਦੇ ਨੇ ਕਿ ਗੱਡੀ ਡਰ ਲੱਗਦਾ ਕਿ ਬੰਦਾ ਡਿੱਗ ਜੇ, ਜਿਹੜਾ ਡਿੱਗ ਗਿਆ ਉਹ ਡਿੱਗ ਗਿਆ, ਚੁੱਕਦੇ ਨਹੀਂ ਹੈ। ਯਾਨੀ ਕਿ ਜੰਪ ਖੱਡਾ ਮਾਫ ਉਹ ਮਾਫ ਉਹ ਕੋਈ ਨਹੀਂ, ਉਹ ਜਿੱਥੇ ਆਇਆ ਵੱਡਾ ਡੱਪਾ ਇੰਜ ਭਜਾ ਕੱਢਦੇ ਠੀਕ ਹੈ। ਤੇ ਵਿੱਚ ਬੰਦੇ ਉਹ ਵੀ ਆਏ ਨੇ, ਵਿੱਚ ਰੋਂਦੇ ਸਨ ਕਿ ਵੀ ਸਾਡਾ ਭਰਾ ਫਲਾਣੀ ਜਗ੍ਹਾ ਤੋਂ ਨਿਕਲਿਆ ਠੀਕ ਹੈ, ਤੇ ਉਹ ਉੱਥੇ ਡਿੱਗ ਗਿਆ, ਤੁਹਾਨੂੰ ਚੁੱਕਿਆ ਹੀ ਕੋਈ, ਰਾਜ ਬੰਦੇ ਰੋਂਦੇ ਸਨ ਠੀਕ ਹੈ। ਅਸੀਂ ਇੱਥੋਂ ਗਏ ਹਾਂ, ਸਾਨੂੰ ਲੈ ਕੇ ਗਏ ਨੇ ਈਰਾਨ ਤੋਂ ਅੱਗੋਂ ਅਸੀਂ ਗੱਡੀਆਂ 'ਚ ਸਫ਼ਰ ਕੀਤਾ, ਤੇ ਗੱਡੀ ਕਾਰ ਵਿੱਚ ਸਫ਼ਰ ਕੀਤਾ, ਤੇ ਉੱਥੇ ਵਿੱਚ 15-16 ਬੰਦੇ ਉਹੀ ਉਹਨਾਂ ਨੇ ਕਾਰ ਵਿੱਚ ਪਾਏ ਨੇ, ਮਾਰ ਕੁੱਟ ਕੇ ਤੇ ਡਿੱਗੀ ਦੇ ਵਿੱਚ ਉਹਨਾਂ ਨੇ 4 ਬੰਦੇ ਉਹਨਾਂ ਪਾਏ ਨੇ। ਉਹ ਉਹਨਾਂ ਕਿਸ ਤਰ੍ਹਾਂ ਪਾਏ ਨੇ, ਜਿਸ ਤਰ੍ਹਾਂ ਬੰਦਾ ਤਰੋੜੇ ਦੇ ਵਿੱਚ ਜਾਂ ਕੋਈ ਰੂਮ ਪੋਲੀ ਚੀਜ਼ ਨਹੀਂ ਹੁੰਦਾ ਵੀ, ਇਸ ਤਰ੍ਹਾਂ ਉਹਨਾਂ ਨੇ ਦਬਾ ਦਬੂ ਕੇ ਵਿੱਚ ਉਹਨਾਂ ਨੇ ਵਾੜਿਆ। ਸਹੀ ਹੋ, ਜਿਹੜਾ ਕੋਈ ਵਿੱਚ ਨਹੀਂ ਆਉਂਦਾ ਉੱਤੇ ਮਾਰਦੇ ਨੇ ਡਿੱਗੀ, ਜੇ ਕਿਸੇ ਦਾ ਸਿਰ ਖੁੱਲ ਗਿਆ ਤਾਂ ਖੁੱਲ ਗਿਆ, ਜਿਹੜੀ ਸਾਡੇ ਨਾਲ ਬੀਤੀ ਹੈ।
ਤੇ ਮਤਲਬ ਤੁਹਾਨੂੰ ਈਰਾਨ ਦੇ ਅੰਦਰ ਆਖਰ ਤੱਕ ਯਾਨੀ ਤੁਰਕੀ ਦੇ ਬਾਰਡਰ ਤੱਕ ਕਿੰਨੇ ਦਿਨ ਲੱਗੇ ਸੀ? ਸਾਨੂੰ 10 ਦਿਨ ਲੱਗੇ ਸਨ। 11ਵੇਂ ਦਿਨ ਅਸੀਂ ਆਖਰੀ ਬਾਰਡਰ ਕ੍ਰਾਸ ਕਰਦੇ ਸੀ। ਤੇ ਈਰਾਨ ਦੇ ਤੁਸੀਂ ਤਕਰੀਬਨ ਕਿੰਨੇ ਸਟੇਸ਼ਨਾਂ ਤੇ ਰੁਕੇ ਹੋ ਤੇ ਕਿੰਨੇ ਸਟੇਸ਼ਨਾਂ ਤੇ ਉਹਨਾਂ ਨੇ ਤੁਹਾਨੂੰ ਰੋਕਿਆ ਉੱਥੇ ਕੋਈ ਖਾਣ ਨੂੰ ਦੇਣਾ ਜਾਂ ਕਿਤੇ ਕਿਤੇ ਸਟੇ ਕਰਾਉਂਦੇ ਸੀ? ਸਾਨੂੰ ਤਕਰੀਬਨ 4-5 ਜਗ੍ਹਾ ਤੋਂ ਉਹਨਾਂ ਰੋਕਿਆ ਈਰਾਨ ਦੇ ਵਿੱਚ ਵੀ। ਠੀਕ ਹੈ। ਤੇ ਆਖਰੀ ਸਟੇ ਸਾਡਾ ਹੋਇਆ ਸੀ ਈਰਾਨ ਦਾ ਜਿਹੜਾ ਨਾ ਉਹ ਸਾਈਡ ਬੋਲਦੀ ਹੈ ਹੋਈ ਨਾ ਹੈ ਉਹ ਸਾਈਡ ਦਾ ਹੋਈ ਉਸ ਪਾਸੇ ਸਾਨੂੰ ਉਹਨਾਂ ਨੇ ਆਖਰੀ ਸਟੇ ਸਾਡਾ ਉੱਥੇ ਕਰਾਇਆ ਸੀ। ਉੱਥੋਂ ਅਸੀਂ ਰਾਤ ਨੂੰ ਨਿਕਲੇ ਆ, ਰਾਤ ਨੂੰ 9-10 ਵਜੇ। ਅੱਛਾ, ਤੁਹਾਨੂੰ ਕਿਸ ਤਰ੍ਹਾਂ ਗਰੁੱਪਾਂ ਵਿੱਚ ਭੇਜਦੇ ਸੀ ਜਾਂ ਕੀ ਚੱਕਰ ਹੁੰਦਾ ਸੀ? ਸਾਨੂੰ ਇੰਜੇ ਗਰੁੱਪਾਂ ਦੇ ਨਾਲ ਹੀ ਮਤਲਬ 5-7 ਬੰਦੇ ਜਾਂ 4-5 ਬੰਦੇ 10 ਬੰਦੇ ਹੋ ਗਏ 15 ਬੰਦੇ ਹੋ ਗਏ। ਠੀਕ ਹੈ। ਜੇ 2 ਗੱਡੀਆਂ ਆ ਗਈਆਂ 3 ਗੱਡੀਆਂ ਆ ਗਈਆਂ ਲੈਣ ਵਾਸਤੇ, ਇਸ ਤਰ੍ਹਾਂ ਲੈ ਕੇ ਜਾਂਦੇ ਨੇ। ਠੀਕ ਹੋ ਗਏ। ਤੇ ਇਸ ਦੌਰਾਨ ਜਿਹੜੇ ਤੁਹਾਡੇ ਕੋਲ ਉਹਨਾਂ ਨੇ ਸਫਰੀ ਕਾਗਜ਼ਾਤ ਜਾਂ ਕੋਈ ਪਾਸਪੋਰਟ ਤੁਹਾਨੂੰ ਦਿੰਦੇ ਸਨ ਕਿ ਨਹੀਂ? ਉਹ ਪਹਿਲੀ ਤਾਂ ਗੱਲ ਤਾਂ ਮੁੰਡੇ ਲੈ ਕੇ ਘੁੰਮ ਜਾਂਦੇ, ਅਗਰ ਲੈ ਕੇ ਜਾਂਦੇ ਸਨ ਤਾਂ ਰਾਜ ਪਾੜ ਪੂਰ ਛੱਡਦੇ ਸਨ। ਠੀਕ ਹੋ ਗਿਆ। ਸਾਡੀ ਨਿਸ਼ਾਨੀ ਨਾ ਮਿਲੇ ਸੀ ਕਿੱਥੇ ਦੇ ਆਏ ਤੇ ਕਿਸੇ ਦਾ। ਸਹੀ। ਠੀਕ ਹੈ। ਤੇ ਉਹ ਆਪਣਾ ਬਾਲਾ ਸਿੱਧਾ ਦਿੰਦੇ ਨਹੀਂ ਸੀ ਕਿੱਥੇ ਦੇ ਆਵਾਂ ਕੀ ਗੱਲ ਹੈ। ਠੀਕ ਹੈ। ਤੇ ਉੱਥੇ ਜਿਸ ਟਾਈਮ ਅਸੀਂ ਆਖਰੀ ਸਟੇ ਤੇ ਪਹੁੰਚੇ ਹਾਂ ਉੱਥੋਂ ਅਸੀਂ ਡੰਕੀ ਲਾਈ ਹੈ। ਰਾਤੀ ਅਸੀਂ ਨਿਕਲੇ 9-10 ਵਜੇ ਨਾਲ। ਤੇ ਰਮਦਾਨ ਦੇ ਦਿਹਾੜੇ ਸਨ। ਅਸੀਂ 3 ਵਜੇ ਉਹਨਾਂ ਸਾਨੂੰ ਫੜ ਲਿਆ। ਉੱਥੇ ਉਹਨਾਂ ਫਾਇਰਿੰਗ ਕੀਤੀ ਉਹਨਾਂ ਨੇ। ਠੀਕ ਹੈ। ਬਾਰਡਰ ਏਰੀਆ 'ਚ ਅਸੀਂ ਅਜੇ ਪਹਾੜੀ ਚੜ੍ਹੀ ਹੈ ਤੇ ਪਹਾੜੀ ਵੀ ਏਡੀ ਉੱਚੀ ਹੈ, ਖਤਰਨਾਕ ਪਹਾੜੀ। ਨਹੀਂ, ਉੱਥੇ ਬਾਰਡਰ ਤੱਕ ਜਦੋਂ ਤੁਸੀਂ ਪਹੁੰਚੇ ਹੋ ਤੇ ਦਿਨੇ ਤੁਹਾਨੂੰ ਉਹਨਾਂ ਨੇ ਗੱਡੀਆਂ ਤੇ ਪਹੁੰਚਾਇਆ ਸੀ ਬਾਰਡਰ ਤੱਕ, ਕੀ ਕੀਤਾ ਸੀ? ਨਹੀਂ ਅਸੀਂ ਉਹ ਹਾਂਜੀ ਉਹ ਗਏ ਆ, ਦਿਨੇ ਗਏ ਆ। ਠੀਕ ਹੈ। ਦਿਨੇ ਗਏ ਆ। ਸਾਨੂੰ ਉੱਥੇ ਸ਼ਾਮ ਪੈ ਗਈ ਸੀ। ਸ਼ਾਮ ਨੂੰ ਅਸੀਂ ਉੱਥੇ ਇੱਕ ਘਰ ਰਹੇ ਹਾਂਜੀ ਘਰ ਹੀ ਸੀ ਛੋਟਾ ਜਿਹਾ। ਅੱਛਾ। ਉੱਥੇ ਅਸੀਂ ਰਹੇ ਆ, ਉੱਥੇ ਰੋਟੀ ਛੋਟੀ ਖਾਧੀ ਤੇ ਅਸੀਂ ਫਿਰ ਅਸੀਂ ਰਾਤੀ ਟੁਰੇ ਪੈਦਲ। ਫਿਰ ਤੁਸੀਂ ਰਾਤੀ ਤੇ ਉੱਥੇ ਜਿਹੜਾ ਉਹਨਾਂ ਨੇ ਤੁਹਾਨੂੰ ਖਾਣਾ ਛਾਣਾ ਦਿੱਤਾ, ਤੁਹਾਡੇ ਕੋਲ ਆਪਣੇ ਕੱਪੜੇ ਬੈਗ ਸ਼ੈਗ ਜਾਂ ਇਸ ਤਰ੍ਹਾਂ ਦੀ ਚੀਜ਼ਾਂ? ਅਸੀਂ ਜਿਹੜੀ ਉੱਥੇ ਰੋਟੀ ਖਾਧੀ ਆਪਣੇ ਪੈਸਿਆਂ ਦੀ ਖਾਧੀ ਸੀ। ਆਪਣੇ ਪੈਸੇ ਹੈ ਸਨ ਕੋਲ ਤੇ ਈਰਾਨ ਦੇ ਸੀ, ਉਹ ਪੈਸੇ ਦੇ ਕੇ ਅਸੀਂ ਰੋਟੀ ਖਾਧੀ। ਤੇ ਉਹ ਮਤਲਬ ਯਾਨੀ ਤੁਸੀਂ ਕਹਿ ਸਕਦੇ ਹੋ ਕਿ ਅੱਛਾ ਖਾਣਾ ਸੀ ਜਾਂ ਗੁਜ਼ਾਰੇ ਵਾਲਾ ਸੀ? ਬਸ ਗੁਜ਼ਾਰੇ ਲੈ ਕੇ ਕੋਈ ਨਹੀਂ, ਅੱਛਾ ਅੱਡਾ ਕੋਈ ਨਹੀਂ। ਉੱਥੇ ਬੰਦਾ ਸ਼ੁਕਰ ਕਰਦਾ ਕਿ ਸਾਨੂੰ ਉਹ ਛੱਪੜ 'ਚ ਵੀ ਰੋਟੀ ਡਿੱਗੀ ਹੈ ਤੇ ਸਾਨੂੰ ਉਹ ਲੱਭ ਜੇ ਉਹਦੇ ਰਹਿੰਦੇ ਰਸਤੇ ਆਉਂਦੇ ਨੇ। ਠੀਕ ਹੋ ਗਿਆ। ਇਹ ਤੁਹਾਨੂੰ ਲਾਹੌਰ ਤੋਂ ਨਿਕਲ ਕੇ ਯਾਨੀ ਉੱਥੇ ਬਾਰਡਰ ਪਹੁੰਚਣ ਤੱਕ ਤੁਹਾਨੂੰ ਟੋਟਲ ਕਿੰਨੇ ਦਿਨ ਲੱਗੇ? 10 ਦਿਨ ਲੱਗ ਗਏ। 10 ਦਿਨ। 11ਵੇਂ ਦਿਨ ਸਾਡਾ ਆਖਰੀ ਬਾਰਡਰ ਸੀ। ਯਾਨੀ ਇਹ ਸਾਰਾ ਜਿਤਨਾ ਵੀ ਰਸਤਾ, ਇਹ ਸਾਰਾ ਰਸਤਾ ਤੁਹਾਡਾ ਕੀ ਕਹਿੰਦੇ ਨੇ ਉਸਨੂੰ, ਖੱਜਲ ਤੇ ਖਵਾਰ ਹੀ? ਹਾਂਜੀ, ਖੱਜਲ ਤੇ ਖਵਾਰ ਹੀ। ਤੇ ਉੱਥੇ ਇਸ ਤਰ੍ਹਾਂ ਹੀ ਸਮਝ ਲਓ ਪਾਕਿਸਤਾਨ ਤੇ ਫਿਰਦੇ ਰੂੜੀਆਂ। ਠੀਕ ਹੈ। ਉਹਨਾਂ ਦੀ ਵੀ ਕਦਰ ਹੈ, ਉਹਨਾਂ ਦੀ ਫਿਰ ਵੀ ਕਦਰ ਹੈ। ਤੇ ਉਸ ਪਾਸੇ ਇਨਸਾਨ ਦੀ ਕਦਰ ਹੀ ਨਹੀਂ। ਠੀਕ ਹੋ ਗਿਆ। ਅੱਛਾ, ਉੱਥੇ ਜਦੋਂ ਤੁਹਾਨੂੰ ਇਹਨਾਂ ਨੇ ਫੜਿਆ ਸੀ ਈਰਾਨ ਵਾਲਿਆਂ ਨੇ, ਤੇ ਉਹ ਕੀ ਸੀਨ ਸੀ? ਕਿਸ ਤਰ੍ਹਾਂ ਉਹਨਾਂ ਨੇ ਤੁਹਾਨੂੰ ਫੜਿਆ? ਕੀ ਚੱਕਰ ਹੋਇਆ ਉੱਥੇ? ਫੜੇ ਕਿਸ ਤਰ੍ਹਾਂ ਗਏ? ਫੜੇ ਇਸ ਤਰ੍ਹਾਂ ਗਏ ਅਸੀਂ, ਇਸ ਤਰ੍ਹਾਂ ਰਾਤ ਦਾ ਸਫ਼ਰ ਕਰਦੇ ਸੀ ਵੇ ਤੇ 12-13 ਮੁੰਡੇ ਸੀ ਅਸੀਂ। ਤੇ ਹਾਂਜੀ ਦੀਵਾਰ ਬਣੀ ਸੀ, ਦੀਵਾਰ ਅਸੀਂ ਕ੍ਰਾਸ ਕੀਤੀ ਹੈ। ਤੇ ਦੀਵਾਰ ਕ੍ਰਾਸ ਕੀਤੀ ਤੇ ਫੌਜੀ ਬੈਠੇ ਸਨ ਨਾਲ ਹੀ ਕਿਤੇ, ਉਹਨਾਂ ਰੈਫਲਾਂ ਪਾਈਆਂ ਸੀ ਮੁੰਡੇ ਦੇ। ਤੇ ਉਹਨਾਂ ਨੂੰ ਪਤਾ ਲੱਗਿਆ ਮੁੰਡੇ ਆਏ ਨੇ ਦਹਿਸ਼ਤਗਰਦੀ ਨਹੀਂ। ਉਹਨਾਂ ਦਹਿਸ਼ਤਗਰਦੀ ਕਰਕੇ ਉਹਨਾਂ ਫਾਇਰ ਕੀਤਾ। ਫਾਇਰ ਉਹਨਾਂ ਨੇ ਭਾਈ ਫਾਇਰ ਕੀਤੇ। ਅਸੀਂ ਸਾਰੇ ਮੁੰਡੇ ਉੱਥੇ ਫਿਰ ਜਿਹੜੇ ਲੰਮੇ ਪੈ ਗਏ, ਸਾਨੂੰ ਉਹਨਾਂ ਫੜ ਲਿਆ। ਠੀਕ ਹੈ। ਤੇ ਫੜਿਆ ਤੇ ਫਿਰ ਆਮਨ ਦੀ ਜਿਹੜੀ ਦਿਨ ਗੁਜ਼ਰੇ ਨੇ ਉਹ ਬਹੁਤ ਬੁਰੇ ਗੁਜ਼ਰੇ। ਯਾਨੀ ਕਿ ਉਹਨਾਂ ਨੇ ਜਦੋਂ ਤੁਹਾਨੂੰ ਫੜਿਆ ਤੇ ਉਹਨਾਂ ਨੇ ਫਿਰ ਤੁਹਾਡੀ ਮਾਰਿਆ? ਉਹਨਾਂ ਨੇ ਪਹਿਲੇ ਤੇ ਭਾਇਆ ਲੈਣ 'ਚ ਭਾ ਕੇ ਤੇ ਉਹਨਾਂ ਮਾਰੇ, ਪਹਿਲੇ ਠੁੱਡੇ ਮਾਰੇ ਉਹਨਾਂ ਨੇ। ਠੀਕ ਹੈ। ਠੁੱਡੇ ਮਾਰ ਕੇ ਤੇ ਫਿਰ ਉਹ ਸਾਨੂੰ ਲੈ ਕੇ ਗਏ ਨੇ ਦੂਸਰੀ ਚੌਕੀ ਤੇ। ਠੀਕ ਹੋ। ਫਿਰ ਉੱਥੇ ਜਿਹੜੀ ਜੇਲ੍ਹ 'ਚ ਆਏ ਫਿਰ ਉਹ ਤਫਤੀਸ਼ ਕਰਦੇ ਸੀ ਕਿੱਥੋਂ ਆਏ ਹੋ, ਕੌਣ ਹੋ ਤੁਸੀਂ? ਪੁੱਛਦੇ ਸਨ ਕਿੱਥੋਂ ਆਏ ਹੋ। ਫਿਰ ਅਗਲੇ ਫਿਰ ਅੰਗੂਠੇ ਸ਼ੰਗੂਠੇ ਲਵਾਉਂਦੇ ਸਨ, ਸਾਈਨ ਕਰਾਉਂਦੇ ਸਨ। ਠੀਕ ਹੈ। ਆਪਣੇ ਸਾਈਨ ਕਰੋ, ਅੰਗੂਠੇ ਲਾਓ। ਠੀਕ ਹੈ। ਤੇ ਫਿਰ ਉਹਨਾਂ ਸਾਨੂੰ ਲਿਆ ਕੇ ਦੂਰ ਜੇਲ੍ਹਾਂ 'ਚ ਸੱਟਿਆ। ਉੱਥੇ ਵੀ ਫਿਰ ਪੈਸੇ ਦੇ ਕੇ ਤੇ ਜਾਨ ਛਡਾਉਣੀ ਪੈਂਦੀ ਸੀ। ਪੈਸੇ ਦਾ ਕੀ ਬੰਦੋਬਸਤ? ਉੱਥੇ ਹੈ ਸਨ ਪੈਸੇ ਜਿਨ੍ਹਾਂ ਕੋਲ ਹੈ ਸਨ ਉਹਨੂੰ ਉਹ ਦੇ ਛੱਡਦੇ ਸਨ, ਜਿਨ੍ਹਾਂ ਕੋਲ ਨਹੀਂ ਹੈ ਸੀ ਉਹਨਾਂ ਨੂੰ ਫਿਰ ਮਾਰਦੇ ਸਨ। ਫਿਰ ਅੱਛਾ ਨਾਲ ਮਾਰਦੇ ਸਨ। ਅੱਛਾ। ਜਿਹੜੇ ਉਹਨਾਂ ਪੈਪ ਰੱਖੇ ਨੇ ਨਾਲ ਉਹਨਾਂ ਕੋਲ। ਅੱਛਾ। ਤੇ ਉਹਨਾਂ ਨੇ ਫਿਰ ਛਤਰੋਲ ਕਰਦੇ ਨੇ ਜਿੰਨੀ। ਠੀਕ ਹੋ ਗਿਆ। ਠੀਕ ਹੈ। ਤੇ ਸਾਨੂੰ ਉਹਨਾਂ ਨੇ ਜਿਸ ਟਾਈਮ ਲਿਆਂਦਾ ਵੱਡੀ ਜੇਲ੍ਹ 'ਚ, ਜੇ ਸਭ ਤੋਂ ਮੈਂ ਈਰਾਨ ਦੀ ਵੱਡੀ ਜੇਲ੍ਹ ਹੈ। ਅੱਛਾ। ਤਹਿਰਾਨ। ਅੱਛਾ। ਉਸ ਜੇਲ੍ਹ 'ਚ ਲਿਆਂਦਾ। ਫਿਰ ਉੱਥੇ ਕੋਈ ਹਜ਼ਾਰਾਂ ਦੁਨੀਆ ਉੱਥੇ ਆਈ। ਠੀਕ ਹੈ। ਉੱਥੇ ਹਰ ਮੁਲਕ ਉਹ ਫਿਰ ਡੰਕੀਆਂ ਲਈ ਹੁੰਦੇ ਨੇ ਸਾਰੇ ਡੰਕੀਆਂ ਲਾ ਕੇ ਗਏ ਹੁੰਦੇ, ਫੜੇ ਗਏ ਹੁੰਦੇ ਤੇ ਪਿੱਛੇ ਵਾਪਸ ਆਉਂਦੇ ਆ। ਠੀਕ ਹੋ ਗਿਆ। ਠੀਕ ਹੈ। ਕੋਈ ਅਫਗਾਨਿਸਤਾਨ ਦੇ ਨੇ, ਪਾਕਿਸਤਾਨ ਦੇ ਨੇ,
ਇੰਡੀਆ ਦੇ ਨੇ, ਬੰਗਲਾਦੇਸ਼ ਦੇ ਨੇ, ਸਾਰੇ ਉੱਥੇ ਆਏ ਹੁੰਦੇ ਨੇ। ਠੀਕ ਹੋ ਗਿਆ। ਠੀਕ ਹੈ, ਉੱਥੋਂ ਉਹਨਾਂ ਸਾਡੇ ਕੋਲ ਫਿਰ ਪਾਕਿਸਤਾਨੀ ਦੇ ਪੈਸੇ ਲੈ 4-4 ਹਜ਼ਾਰ ਰੁਪਇਆ ਲਿਆ। ਫਿਰ ਉਹਨਾਂ ਸਾਨੂੰ ਚੁੱਕਿਆ, ਬਸ ਉਹਨਾਂ ਨੇ ਲਿਆ ਕੇ ਲਾਇਆ ਦੂਸਰੀ ਜੇਲ੍ਹ ਛੱਡਿਆ ਜ਼ਦਾਨ। ਅੱਛਾ, ਜ਼ਦਾਨ ਤੇ ਉੱਥੇ ਫਿਰ ਉੱਥੇ ਵੀ ਅਸੀਂ ਫਿਰ ਪੈਸੇ ਦਿੱਤੇ। ਉੱਥੇ ਫਿਰ ਮਾਰ ਕੁਟਾਈ ਹੁੰਦੀ ਸੀ? ਉੱਥੇ ਯਾਰ ਬਚਤ ਹੋ ਗਈ ਸੀ, ਉੱਥੇ ਉਹਨਾਂ ਨੇ ਮਾਰਿਆ ਨਹੀਂ ਹੈ, ਬਚਤ ਹੋ ਗਈ ਸੀ। ਤੇ ਉੱਥੋਂ ਫਿਰ ਉਹਨਾਂ ਚੁੱਕਿਆ, ਫਿਰ ਸਾਨੂੰ ਉਹਨਾਂ ਨੇ ਪਾਕਿਸਤਾਨ ਦੇ ਬਾਰਡਰ ਤੇ ਵਾਪਸੀ ਲਿਆ ਕੇ ਲਾਇਆ। ਠੀਕ ਹੋ ਗਿਆ। ਉਹਨਾਂ ਨੇ ਪਾਕਿਸਤਾਨੀਆਂ ਦੇ ਹਵਾਲੇ ਕੀਤਾ। ਇੱਥੇ ਤੁਹਾਨੂੰ ਕਿਹੜੇ ਬਾਰਡਰ ਤੇ ਲਾਇਆ? ਕੋਇਟਾ ਦੇ ਬਾਰਡਰ ਤੇ? ਤਫਤਾਨ ਲਾਇਆ। ਬੱਸਾਂ 'ਚ ਪਾ ਕੇ ਲੈ ਕੇ ਆਏ ਸੀ? ਬੱਸਾਂ ਕੋ 2-3 ਬੱਸਾਂ ਆਈਆਂ ਫੜੀ ਕੇ ਪਾਕਿਸਤਾਨ, ਜਿਹੜੇ ਨੇ ਪਾਕਿਸਤਾਨੀ ਸਨ। 2-3 ਬੱਸਾਂ ਫੜੀ ਕੇ ਆਈਆਂ ਤੇ ਫਿਰ ਆਪਣੇ ਫੌਜੀਆਂ ਵੀ ਮਾਰਿਆ। ਫਿਰ ਬਲੋਚੀ ਸਨ। ਅੱਛਾ, ਉਹ ਪੁੱਛਦੇ ਸਨ ਤੁਸੀਂ ਉਧਰ ਲੈਣ ਕੀ ਗਏ, ਤੁਸੀਂ ਕੀ ਲੈਣ ਗਏ ਉੱਧਰ? ਠੀਕ ਹੋ ਗਿਆ। ਜਿਹੜੇ ਬੰਦੇ ਦੂਸਰੀ ਵਾਰੀ ਲਾਈ ਹੈ ਤੁਹਾਨੂੰ ਫਿਰ ਮਾਰਦੇ ਸਨ, ਬੜਾ ਡਾਢਾ ਮਾਰਦੇ ਸਨ। ਬੰਦਾ ਫਿਰ ਉੱਤੇ ਹਾਲ ਪਾਉਂਦਾ, ਚੰਗਾ ਜਣਾ ਹੁੰਦਾ, ਰੋ ਪੈਂਦਾ ਉੱਥੇ। ਨਹੀਂ ਤੇ ਉਹ ਯਾਨੀ ਕਿ ਉਹਨਾਂ ਕੋਲ ਸ਼ਨਾਖਤ ਹੁੰਦੀ ਸੀ ਬਈ ਇਹ ਦੂਸਰੀ ਵਾਰੀ ਫੜਿਆ ਗਿਆ? ਸ਼ਨਾਖਤ ਉਹਨਾਂ ਕੰਪਿਊਟਰ ਤੇ ਉਹਨਾਂ ਕੀਤੀ ਹੁੰਦੀ, ਸਾਰੀ ਸੇਵ ਉਹਨਾਂ ਕੋਲ ਹੁੰਦੀ ਹੈ। ਅੱਛਾ, ਹਾਂਜੀ, ਉਹ ਬਕਾਇਦਾ ਉੱਥੇ ਨਾਂ ਸ਼ਾ ਲਿਖਦੇ ਨੇ, ਫਿਰ ਉਹ ਪੂਰਾ ਆਪਣਾ ਬਾਇਓਡਾਟਾ ਪੂਰਾ ਲੈਂਦੇ ਨੇ। ਤੇ ਜਿਹੜਾ ਬੰਦਾ ਦੂਜੀ ਵਾਰੀ ਲਾ ਕੇ ਗਿਆ ਹੁੰਦਾ, ਉਹ ਆਂਦੇ ਨੇ ਜੇ ਵੈਸੇ ਇੱਥੋਂ ਕੱਢ ਲਿਆ ਕੰਪਿਊਟਰ ਤੋਂ, ਜਿਹੜਾ ਦੂਸਰਾ ਬੰਦਾ ਦੂਸਰੀ ਵਾਰੀ ਲਾ ਕੇ ਆਇਆ ਤੇ ਜਿਹੜਾ ਤੂੰ ਨਾ ਨਿਕਲਿਆ, ਨਾ ਸਾਹਮਣੇ ਆਇਆ, ਤਾਂ ਉਹਨੂੰ ਫਿਰ ਉਹਦਾ ਜਿਹੜਾ ਹਾਲ ਕਰਨਾ ਸਾਰੇ ਵੇਖਣਗੇ। ਅੱਛਾ, ਤੇ ਉਹ ਲੋਕ ਡਰ ਨਾਲ ਹੀ ਪਹਿਲੇ ਹੀ ਬਾਹਰ ਨਾਲ, ਉਹ ਫਿਰ ਜਿਹਨਾਂ ਦੂਸਰੀ ਵਾਰੀ ਲਾਈ ਸੀ ਉਹ ਫਿਰ ਉਹ ਨਿਕਲ ਕੇ ਸਾਈਡ ਤੇ ਹੋ ਗਏ। ਅੱਛਾ, ਉਹਨਾਂ ਨੇ ਫਿਰ ਮਾਰਿਆ ਨੇ, ਬਹੁਤਾ ਮਾਰਿਆ। ਤੇ ਫਿਰ ਜਦੋਂ ਤੁਸੀਂ ਇੱਥੇ ਬਾਰਡਰ ਤੇ ਪਹੁੰਚੇ ਤੇ ਫਿਰ ਅੱਗੇ ਬੱਸਾਂ 'ਚ ਉਹਨਾਂ ਨੇ ਆਪਣੇ ਫੌਜੀਆਂ ਨੇ ਪਾਇਆ? ਆਪਣੇ ਫੌਜੀਆਂ ਨੇ, ਉਹਨਾਂ ਨੇ ਆਪਣੀ ਬੱਸ ਕੀਤੀ ਸੀ, ਫਿਰ ਆਪਣੇ ਉਹਨਾਂ ਬੱਸ ਤੇ ਪਾਇਆ ਸੀ। ਅੱਛਾ, ਉਹਨਾਂ ਵੀ ਅੱਗੋਂ ਪੈਸੇ ਲਏ ਸਨ। ਉਹਨਾਂ ਨੇ ਅਦਾਲਤ 'ਚ ਉੱਥੇ ਬੁਲਾ ਕੇ ਫਿਰ ਉਹਨਾਂ ਨੇ 4-4 ਹਜ਼ਾਰ ਰੁਪਇਆ ਲਿਆ ਸਾਡੇ ਕੋਲ ਫਿਰ। ਅੱਛਾ, ਠੀਕ, ਉੱਥੇ ਵੀ 4-4 ਹਜ਼ਾਰ ਦੇ ਕੇ ਤੇ ਅਸੀਂ ਫਿਰ ਆਏ ਆ। ਸਾਨੂੰ ਅੱਗੋਂ ਉਹਨਾਂ ਸਾਨੂੰ ਕੋਟੇ ਲਿਆ ਕੇ ਲਾਇਆ ਫਿਰ। ਠੀਕ ਹੋ ਗਿਆ। ਸੁਬਾਦਾਨਾ ਦੇ ਟਾਈਮ ਨਾਲ ਠੀਕ ਹੋ ਗਿਆ। ਉੱਥੇ ਅਸੀਂ ਲੱਥੇ ਆ, ਉੱਥੇ ਫਿਰ ਅਸੀਂ ਟਿਕਟ ਕਰਾਈ ਹੈ 2-2 ਹਜ਼ਾਰ ਰੁਪਏ ਦੀ, ਲਾਹੌਰ ਦੀ। ਉਹ ਫਿਰ ਕਿਤਨੇ ਦਿਨਾਂ ਬਾਅਦ? 10 ਦਿਨਾਂ ਬਾਅਦ? ਹਾਂ, ਤਕਰੀਬਨ 23 ਤੋਂ 24-25 ਦਿਨ ਲੱਗ ਗਏ ਸਾਨੂੰ ਜਾਣਾ ਆਣ ਜਾਣ ਦੇ। ਮਸਲਾ ਸਾਡੀ ਕਿਸਮਤ ਸੀ ਜਿਹੜੇ ਅਸੀਂ ਬਈ ਇੱਕ ਰਾਤ ਜਾਂ 2 ਰਾਤ, ਇੱਕ ਰਾਤ ਤੇ 2 ਰਾਤ ਅਸੀਂ ਰਹਿੰਦੇ ਲੱਗੇ ਗਏ ਆ। ਤੇ ਨਹੀਂ ਤੇ ਬੰਦੇ ਉੱਥੇ ਮਹੀਨਿਆਂ ਦੇ ਹਿਸਾਬ ਤੇ ਦਲੀਲ ਹੁੰਦੇ ਨੇ। ਠੀਕ ਹੋ ਗਿਆ। ਠੀਕ ਹੈ, ਉਹ ਲਾਹੌਰ ਆਏ ਆ ਤੇ ਇੰਜੇ ਭੁੱਖਣ ਪਾਣੇ ਪਾਕਿਸਤਾਨ। ਤੇ ਸ਼ੁਕਰ ਕੀਤਾ ਪਾਕਿਸਤਾਨ ਪਹੁੰਚੇ ਆ, ਭੁੱਖ ਦੇ ਮਰੇ ਬਿਲਕੁਲ। ਤੇ ਫਿਰ ਆ ਕੇ ਫਿਰ ਜਿਸ ਟਾਈਮ ਮੈਂ ਆਇਆ ਡੰਕੀ ਲਾ ਕੇ, ਮੈਂ ਪੂਰੇ 8 ਦਿਨ ਮੰਜੀ ਤੇ ਰਿਹਾ। ਨਹੀਂ ਤੇ ਫਿਰ ਤੂੰ ਆਪਣੇ ਘਰ ਵਾਲਿਆਂ ਨਾਲ ਰਾਬਤਾ ਕੀਤਾ ਪਹਿਲੇ ਆ ਕੇ? ਰਾਬਤਾ ਮੈਂ ਕੋਟੇ ਆ ਕੇ ਕੀਤਾ ਸੀ। ਮੈਂ ਉਹਨਾਂ ਨੂੰ ਆਖਿਆ ਸੀ ਵੀ ਮੈਂ ਤੁਹਾਨੂੰ ਪਤਾ ਜਦੋਂ ਦਾ ਕੱਢਿਆ ਤੁਸੀਂ ਮੈਨੂੰ, ਤੇ ਮੈਂ ਉਦੋਂ ਦਾ ਸਮਝਿਆ ਕਿ ਮੈਂ ਰੋਟੀ ਕਿਉਂ ਨਹੀਂ ਖਾਧੀ। ਤੇ ਮੈਂ ਘਰ ਆਖਿਆ ਮੈਂ ਰੋਟੀ ਛੋਟੀ ਪਕਾ ਕੇ ਰੱਖੀ ਤੇ ਉਹਨਾਂ ਨੇ ਰੋਟੀ ਛੋਟੀ ਪਕਾ ਕੇ ਰੱਖੀ ਹੈ। ਮੈਂ ਗਿਆ ਵਾ ਤੇ ਰੋਟੀ ਛੋਟੀ ਖਾਧੀ ਹੈ, ਮਸਲਨ ਝੱਟ ਹੀ ਗੁਜ਼ਰਿਆ ਤੇ ਮੇਰੀ ਤਬੀਅਤ ਇਸ ਤਰ੍ਹਾਂ ਖਰਾਬ ਹੋ ਗਈ। ਮੈਂ ਤਾਂ ਬਰਦਾਸ਼ਤ ਨਾ ਕੀਤਾ, ਭੁੱਖ ਕੱਟ ਕੇ ਆਇਆ ਸੀ। ਤੇ ਉਹ ਫਿਰ ਮੈਂ ਬਿਮਾਰ ਹੋ ਗਿਆ। ਫਿਰ 8-10 ਦਿਨ ਮੈਂ ਮੰਜੀ ਤੇ ਰਿਹਾ। ਠੀਕ, ਇਹ ਯਾਨੀ ਡੰਕੀ ਲਾਉਣ ਵਾਲਿਆਂ ਦੀ ਪੂਰੀ ਸਟੋਰੀ ਹੈ। ਡੰਕੀ ਲਾਉਣ ਵਾਲੇ ਜਿਹੜੇ ਵੀ ਦੇਖੋ, ਵੀਡੀਓ ਦੇਖਣ ਵਾਲੇ ਬੰਦੇ ਜਿਤਨੇ ਵੀ ਤੁਸੀਂ ਵੀਡੀਓ ਦੇਖ ਰਹੇ ਹੋ, ਕਹਿਣ ਦਾ ਮਕਸਦ ਹੀ ਹੈ, ਤੁਹਾਡੇ ਤੱਕ ਵੀਡੀਓ ਪਹੁੰਚਾਉਣ ਦਾ ਮਕਸਦ ਸਿਰਫ ਇਤਨਾ ਜਿਹਾ ਕਿ ਡੰਕੀ ਲੱਗਦੀ ਹੈ। ਯਾਨੀ 100 ਬੰਦਾ ਡੰਕੀ ਲਾਏ ਤੇ 100 ਬੰਦੇ 'ਚੋਂ 3-4-5 ਜਿਹੜੇ ਹੁੰਦੇ ਨੇ ਲੱਕੀ ਹੁੰਦੇ ਨੇ, ਅੱਗੇ ਨਿਕਲ ਜਾਂਦੇ ਨੇ। ਤੇ ਜ਼ਿਆਦਾਤਰ ਲੋਕ ਅੱਜ ਕੱਲ੍ਹ ਜਿਹੜੀ ਸਖਤੀ ਹੋਈ ਹੈ ਬਾਰਡਰਾਂ 'ਤੇ, ਉਸ ਸੂਰਤ ਵਿੱਚ ਮਤਲਬ ਅਕਸਰ ਬੇਸ਼ਤਰ ਇਸ ਤਰ੍ਹਾਂ ਵੀ ਹੁੰਦਾ ਕਿ ਜਦੋਂ ਸਮੁੰਦਰੀ ਸਫ਼ਰ ਵਗੈਰਾ ਹੁੰਦੇ ਨੇ ਤੇ ਬੰਦੇ ਮਾਰੇ ਜਾਂਦੇ ਨੇ, ਜ਼ਾਹਿਰ ਹੈ। ਮੇਰਾ 2018 'ਚ ਮੇਰਾ ਪੁੱਫੀ ਦਾ ਪੁੱਤਰ ਯੂਨਾਨ ਇਟਲੀ ਨਿਕਲਿਆ ਤੇ 2021 ਲੱਗਾ ਹੋਇਆ। ਇਹ ਤਾਂ ਕੋਈ ਖਬਰ ਹੀ ਕੋਈ ਨਹੀਂ ਕਿੱਥੇ ਹੈ ਕਿੱਥੇ ਨਹੀਂ ਹੈ ਵੀ ਕਿ ਨਹੀਂ ਹੈ ਵੀ ਕਿ ਨਹੀਂ ਹੈ, ਉਹਦਾ ਇਹ ਵੀ ਕੋਈ ਪਤਾ ਨਹੀਂ। ਪਿੱਛੇ ਉਹਨਾਂ ਨੇ ਫੇਸਬੁੱਕ ਤੇ ਚੜ੍ਹਿਆ, ਉਹਨਾਂ ਨੇ ਉੱਥੇ ਖਬਰਾਂ 'ਚ ਪਵਾਇਆ ਇਟਲੀ ਯੂਨਾਨ, ਨਹੀਂ ਪਤਾ ਲੱਗਦਾ ਪਿਆ। ਉਹ ਮੇਰੇ ਖਿਆਲ ਨਾਲ ਸਮੁੰਦਰੀ ਸਫ਼ਰ ਕੀਤਾ ਜਾਂ ਉੱਥੇ ਡੁੱਬ ਗਿਆ ਜਾਂ ਕਿੱਥੇ ਕੀ ਹਿਸਾਬ ਦਾ ਫਰਕ ਹੀ ਹੋ ਗਿਆ। ਬਾਹਰ ਹਾਲ ਜੀ ਵੀਵਰਸ, ਇਹ ਸਟੋਰੀ ਦੱਸਣ ਦਾ ਮਕਸਦ ਜਿਹੜਾ ਹੈ ਨਾ, ਉਹ ਸਿਰਫ ਇਤਨਾ ਕਿ ਡੰਕੀ ਬੜਾ ਔਖਾ ਜਿਹਾ ਕੰਮ ਹੈ ਤੇ ਡੰਕੀ ਨਾ ਹੀ ਲਾਓ ਤੇ ਚੰਗੀ ਗੱਲ ਹੈ। ਆਪਣੇ ਮੁਲਕ ਵਿੱਚ ਆਪਣੇ ਘਰ ਵਿੱਚ ਰਹਿ ਕੇ ਅਗਰ ਕੁਝ ਕਰ ਸਕਦੇ ਹੋ ਤੇ ਬੜੀ ਚੰਗੀ ਗੱਲ ਹੈ। ਥੋੜਾ ਖਾਓ, ਖਵਾਹਿਸ਼ਾਤ ਪਿੱਛੇ ਨਾ ਫਿਰੋ
ਤੇ ਅੱਲਾ ਹਿਫਾਜ਼ਤ 'ਚ ਰੱਖੇ ਸਾਰਿਆਂ ਨੂੰ। ਡੰਕੀ ਉਹ ਚੀਜ਼ ਹੈ ਕਿ ਬੰਦੇ ਨੇ ਵੈਰ ਕਮਾਣਾ ਹੁੰਦਾ ਸੀ, ਬੰਦਾ ਨਸ਼ੇ ਸ਼ਰਾਬੇ ਤੇ ਲਾ ਛੱਡਦਾ ਸੀ। ਹੁਣ ਜਿਹਨੇ ਵੈਰ ਕਮਾਣਾ ਆਉਂਦਾ ਵੀ ਡੰਕੀ ਲਾਓ, ਆਓ ਤੇ ਬੜਾ ਪੈਸਾ ਹੈ ਤੇ ਬੜਾ ਹੈ ਤੇ ਇਹ ਉਹ ਜਿਸ ਤਰ੍ਹਾਂ ਬੰਦਾ ਰਾਹ 'ਚ ਜਾਂਦਾ ਹੈ, ਫਿਰ ਬੰਦਾ ਸਿਰ ਤੇ ਹੱਥ ਮਾਰਦਾ ਹੁੰਦਾ ਵੀ ਅਸੀਂ ਕੀ ਕਰ ਬੈਠੇ ਹਾਂ। ਬਹਰਹਾਲ ਜੀ ਇਖਤਤਾਮ ਕਰੋ ਜੀ। ਤਸੱਵਰ ਭਾਈ, ਤੁਸੀਂ ਆਪਣੇ ਦੇਖਣ ਵਾਲਿਆਂ ਨੂੰ ਕੀ ਆਖੋਗੇ ਆਖਰ ਵਿੱਚ? ਮੈਂ ਦੇਖਣ ਵਾਲਿਆਂ ਨੂੰ ਇਹ ਜਾਣਾ ਤੇ ਅਗਰ ਕਿਸੇ ਨੇ ਬਾਹਰ ਜਾਣਾ ਵੀ ਹੈ, ਠੀਕ ਹੈ, ਕਿਸੇ ਮੁਲਕ ਵੀ ਜਾਣਾ ਹੈ, ਤਾਂ ਜਿਹਦੇ ਕੋਲ ਪੈਸੇ ਚਾਰ ਨੇ ਹੈ ਨੇ, ਉਹ ਆਪਣਾ ਸਿੱਧੇ ਤਰੀਕੇ ਵੀਜ਼ਾ ਲਵਾ ਕੇ ਸਿੱਧੇ ਤਰੀਕੇ ਜਾਏ, ਠੀਕ ਹੈ। ਡੰਕੀ ਕੋਈ ਬੰਦਾ ਨਾ ਲਾਏ। ਡੰਕੀ 'ਚ ਬਹੁਤ ਬੁਰੇ ਹਾਲਾਤ ਹੁੰਦੇ ਨੇ ਤੇ ਕਈਆਂ ਦੇ ਮਾਵਾਂ ਦੇ ਲਾਲ ਜਿਹੜੇ ਨੇ ਉੱਥੇ ਰੁਲ ਜਾਂਦੇ ਨੇ, ਮਰ ਜਾਂਦੇ ਨੇ, ਜਿਹਨਾਂ ਦੀ ਖਬਰ ਹੀ ਕੋਈ ਨਹੀਂ ਕਿੱਥੇ ਦਾ ਹੈ ਕਿੱਥੇ ਦਾ ਨਹੀਂ। ਉੱਥੇ ਖਾਲੀ ਪਿੰਜਰ ਵੀ ਬੰਦਿਆਂ ਦੇ ਪਏ ਹੁੰਦੇ ਨੇ, ਵੇਖੀ ਦੇ ਨੇ ਰਾਜ। ਅਸਤਾਗਫਿਰੁੱਲਾਹ। ਸਿਰਫ ਇਹ ਭੁੱਖ ਕੱਟੀ ਹੁੰਦੀ, ਕਿਸੇ ਕੋਲ ਭੁੱਖ ਨਹੀਂ ਬਰਦਾਸ਼ਤ ਹੁੰਦੀ, ਪਾਣੀ ਨਹੀਂ ਲੱਭਦਾ। ਇਸ ਤਰ੍ਹਾਂ ਵੀ ਹੋਇਆ ਕਿ ਤੁਹਾਡੇ ਨਾਲ ਸਫ਼ਰ ਕੋਈ ਬੰਦਾ ਐਕਸਪਾਇਰ ਹੋਇਆ ਹੋਵੇ? ਐਕਸਪਾਇਰ ਸਾਡੇ ਨਾਲ ਜਿਹੜਾ ਸਾਡੇ ਨਾਲ ਲਾਣ ਵਾਲੇ ਸਨ, ਉਹ ਦੱਸਦੇ ਸਨ ਕਿ ਸਾਡਾ ਉਹ ਫਲਾਣੀ ਜਗ੍ਹਾ ਦਾ ਬੰਦਾ ਸੀ। ਉਹ ਇਹ ਨਹੀਂ ਪਤਾ ਉਹ ਕਿਹੜੀ ਜਗ੍ਹਾ ਤੋਂ ਉਹਨਾਂ ਦੱਸਿਆ, ਤੇ ਬਾਕੀ ਉਹ ਦੱਸਦੇ ਸਨ ਵੀ ਉਹਨਾਂ ਨੂੰ ਬੰਦਾ ਇੱਕ ਡਿੱਗਾ ਗੱਡੀ ਦੇ ਵਿੱਚੋਂ ਡਿੱਗਾ ਤੇ ਉਹ ਉਹਨਾਂ ਨੇ ਚੁੱਕਿਆ ਹੀ ਕੋਈ ਨਹੀਂ। ਉਹਨਾਂ ਨੇ ਆ ਕੇ ਉਹ ਉੱਥੇ ਡਿੱਗ ਗਿਆ ਸੀ। ਅਸੀਂ ਹੁਣ ਇੱਕ ਪਿੱਛੇ ਇੰਨੇ ਬੰਦੇ ਅਸੀਂ ਫੜਾਉਣੇ, ਅਸੀਂ ਗੇਮ ਫੜਾਉਣੀ ਆਪਣੀ, ਉਹ ਨਹੀਂ ਚੁੱਕਦੇ। ਉਹ ਜਿਹੜਾ ਡਿੱਗ ਗਿਆ ਉਹ ਡਿੱਗ ਗਿਆ। ਉਹ ਜਦੋਂ ਗੱਡੀ ਨਸਾ ਰਹੇ ਹੁੰਦੇ ਨੇ, ਗੱਡੀ ਭਜਾਉਂਦੇ ਨੇ ਤੇ ਫਿਰ ਪਿੱਛੇ ਇੰਨੀ ਧੂੜ ਤੇ ਮਿੱਟੀ ਉੱਡੀ ਇੰਨੀ, ਪਿੱਛੇ ਸ਼ੈ ਵੀ ਨਹੀਂ ਲੱਗਦੀ। ਅਸਤਾਗਫਿਰੁੱਲਾਹ। ਇੰਨੀ ਗੱਡੀ ਭਜਾਉਂਦੇ ਤੇ ਗੱਡੀ ਉਲਟਣ ਦਾ ਵੀ ਖਤਰਾ ਹੁੰਦਾ ਬੜਾ। ਅਸਤਾਗਫਿਰੁੱਲਾਹ। ਤੇ ਪਹਾੜਾਂ ਵਿੱਚ ਵੀ ਭਜਾਉਂਦੇ, ਪਹਾੜਾਂ 'ਚ ਇੰਨੀ ਚੜ੍ਹਾਈ ਅਸੀਂ ਆਪ ਡਰ ਗਏ ਹਾਂ ਕਿ ਵੀ ਇੱਥੋਂ ਗੱਡੀ ਉਲਟ ਗਈ ਤੇ ਫਿਰ ਬਚਣਾ ਉੱਥੋਂ ਕਿਸੇ ਨੇ। ਵੀਵਰਸ, ਇਹ ਮੇਰੇ ਦੇਖਣ ਵਾਲਿਆਂ ਲਈ ਇਹ ਵੀਡੀਓ ਹੈ। ਇਹ ਅਗਰ ਤੁਹਾਨੂੰ ਚੰਗੀ ਲੱਗੇ ਤੇ ਇਸ ਨੂੰ ਲਾਈਕ ਵੀ ਕਰਨਾ ਤੇ ਆਪਣੇ ਦੋਸਤਾਂ ਅਜ਼ੀਜ਼ਾਂ ਰਿਸ਼ਤੇਦਾਰਾਂ ਨਾਲ ਇਸ ਵੀਡੀਓ ਨੂੰ ਸ਼ੇਅਰ ਵੀ ਕਰੋ ਤੇ ਚੈਨਲ ਤੇ ਪਹਿਲੀ ਦਫਾ ਆਏ ਹੋ ਤੇ ਚੈਨਲ ਵੀ ਸਬਸਕ੍ਰਾਈਬ ਕਰ ਦਿਓ। ਤੁਹਾਡਾ ਸਭ ਦਾ ਦੇਖਣ ਸੁਣਨ ਦਾ ਬਹੁਤ ਬਹੁਤ ਸ਼ੁਕਰੀਆ। ਥੈਂਕ ਯੂ।